परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਵਰਤਦੇ ਸਮੇਂ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਸੁਣਾਂਗੇ। ਪਹਿਲੀ ਗਵਾਹੀ ਸਿਸਟਰ ਰਾਜਕੁਮਾਰੀ ਦੀ ਆ, ਜਿਨ੍ਹਾਂ ਦੀ ਉਮਰ 55 ਸਾਲ ਆ। ਸਿਸਟਰ ਦੱਸਦੇ ਨੇ ਕਿ ਉਹ ਸੁਲਤਾਨਪੁਰ ਲੋਧੀ ਦੇ ਨਾਲ ਇੱਕ ਪਿੰਡ ਵਿੱਚ ਰਹਿੰਦੇ ਹਨ ਔਰ ਦੱਸਦੇ ਨੇ ਕਿ ਉਹਨਾਂ ਦੇ ਨਾਲ ਦੇ ਪਿੰਡਾਂ ਦੇ ਵਿੱਚ ਪਾਣੀ ਆ ਚੁੱਕਾ ਸੀ ਬਾਰਿਸ਼ ਦੇ ਕਰਕੇ। ਔਰ ਸਿਸਟਰ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਉਹਨਾਂ ਦੇ ਪਿੰਡ ਵਿੱਚ ਵੀ ਪਾਣੀ ਨਾ ਆ ਜਾਵੇ। ਤਾਂ ਵਰਤਦੇ ਸਮੇਂ ਸਿਸਟਰ ਨੇ ਇਸ ਟੌਪਿਕ ਦੇ ਲਈ ਖਾਸ ਤੌਰ 'ਤੇ ਪ੍ਰਾਰਥਨਾ ਕੀਤੀ ਔਰ ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਪਾਣੀ ਨਹੀਂ ਆਇਆ। ਦੂਜੀ ਗਵਾਹੀ ਸਿਸਟਰ ਦੀ ਹੈ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਖਾਂਸੀ ਰਹਿੰਦੀ ਸੀ ਔਰ ਸਿਸਟਰ ਪੰਪ ਲੈਂਦੇ ਸਨ। ਯਾਰ ਕਹਿੰਦੇ ਨੇ ਕਿ ਬਹੁਤ ਸਾਰੀ ਮੈਡੀਸਿਨ ਲਈ ਪਰ ਕੋਈ ਵੀ ਫਰਕ ਨਹੀਂ ਪਿਆ। ਫਾਸਟਿੰਗ ਦੇ ਵਿੱਚ ਸਿਸਟਰ ਨੇ ਆਪਣੇ ਇਸ ਰੋਗ ਦੇ ਲਈ ਖਾਸ ਦੁਆ ਕੀਤੀ ਔਰ ਹੁਣ ਉਹਨੂੰ ਉਸ ਦਿਨ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਕਦੇ ਵੀ ਪੰਪ ਨਹੀਂ ਲਿਆ। ਔਰ ਦੂਜੀ ਗਵਾਹੀ ਸਿਸਟਰ ਦੀ ਆ ਕਿ ਉਹਨਾਂ ਦੇ ਬੇਟਾ ਸੀ ਜੋ ਉਹ ਸ਼ਰਾਬ ਪੀ ਕੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸਨ, ਬਿਨਾਂ ਗੱਲ ਤੋਂ ਘਰ ਵਿੱਚ ਕਲੇਸ਼ ਕਰਦੇ ਸਨ, ਗਲਤ ਬੋਲਦੇ ਰਹਿੰਦੇ ਸਨ। ਪਰ ਜਿਸ ਤੋਂ ਉਹਨਾਂ ਨੇ ਫਾਸਟਿੰਗ ਕੀਤੀ ਉਹਨਾਂ ਨੇ ਘਰ ਦੇ ਵਿੱਚ ਇਸ ਕੰਮ ਤੋਂ ਸ਼ਾਂਤੀ ਨੂੰ ਮਹਿਸੂਸ ਕੀਤਾ। ਦੂਸਰੀ ਗਵਾਹੀ ਸਿਸਟਰ ਦਵਿੰਦਰ ਕੌਰ ਦੀ ਆ, ਜੋ 40 ਸਾਲ ਦੇ ਹਨ। ਸਿਸਟਰ ਦੱਸਦੇ ਨੇ ਕਿ ਉਹਨਾਂ ਦੇ ਬਾਈਕ ਦੇ ਪੇਪਰ ਕਿਸੇ ਕੋਲ ਦਿੱਤੇ ਹੋਏ ਸਨ, ਜਿਹਦੇ ਕਰਕੇ ਉਹ ਵਾਪਸ ਨਹੀਂ ਸੀ ਕਰ ਰਿਹਾ। ਸਿਸਟਰ ਨੇ ਵਰਤ ਦੇ ਸਮੇਂ ਦੇ ਵਿੱਚ ਖਾਸ ਤੌਰ 'ਤੇ ਇਸ ਟੌਪਿਕ ਦੇ ਲਈ ਪ੍ਰਾਰਥਨਾ ਕੀਤੀ ਔਰ ਉਹਨਾਂ ਦੇ ਬਾਈਕ ਦੇ ਪੇਪਰ ਹੁਣ ਉਹਨਾਂ ਨੂੰ ਮਿਲ ਚੁੱਕੇ ਹਨ। ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਅਸੀਂ ਮਿਲ ਕੇ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਅਸੀਂ ਸਭ ਦੇ ਸਭ ਹੀ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਮਸੀਹ ਲੋਕਾਂ ਨੂੰ ਸਤਾਇਆ ਜਾ ਰਿਹਾ ਆ ਔਰ ਕਿਸ ਤਰ੍ਹਾਂ ਦੁਸ਼ਟ ਦੇ ਅਟੈਕ ਦਿਨੋਂ ਦਿਨ ਵੱਧਦੇ ਜਾ ਰਹੇ ਆ ਔਰ ਕਿੱਦਾਂ ਸ਼ੈਤਾਨ ਪਰਮੇਸ਼ਰ ਦੇ ਧਰਮੀਆਂ ਨੂੰ ਸਤਾਉਂਦਾ ਆ। ਤਾਂ ਬਹੁਤ ਸਾਰੇ ਅਜਿਹੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਕਿ ਆਖਿਰ ਪਰਮੇਸ਼ਰ ਨੇ ਇਨਸਾਨ ਨੂੰ ਕਿਉਂ ਇਕੱਲਾ ਛੱਡ ਦਿੱਤਾ, ਕਿਉਂ ਪਰਮੇਸ਼ਰ ਨੇ ਸ਼ੈਤਾਨ ਦੇ ਹੱਥਾਂ ਵਿੱਚ ਸਾਨੂੰ ਖੇਡਣ ਦੇ ਲਈ ਛੱਡ ਦਿੱਤਾ ਔਰ ਕਿਉਂ ਪਰਮੇਸ਼ਰ ਸ਼ੈਤਾਨ ਨੂੰ ਰੋਕਦਾ ਨਹੀਂ ਆ, ਕਿਉਂ ਸ਼ੈਤਾਨ ਵਾਰ-ਵਾਰ ਧਰਮੀਆਂ ਨੂੰ ਸਤਾਉਂਦਾ ਔਰ ਪਰਮੇਸ਼ਰ ਸਿਰਫ ਦੇਖ ਰਹੇ ਆ, ਉਹ ਰੋਕਦੇ ਨਹੀਂ ਆ। ਤਾਂ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜ੍ਹਾਂਗੇ ਮਤੀ 13 ਉਹਦੀ 24 ਤੋਂ ਲੈ ਕੇ 26 ਨੰਬਰ ਆਈ ਤੱਕ। ਉਸ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ ਕਿ ਸਵਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ। ਪਰ ਜਦੋਂ ਲੋਕ ਸੌਂ ਰਹੇ ਸਨ ਤਦ ਵੈਰੀ ਆਇਆ ਅਤੇ ਉਹਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ ਅਤੇ ਜਦੋਂ ਬੁਰ ਪਿਆ ਤਾਂ ਸਿੱਟੇ ਨਿਕਲੇ ਤਦ ਜੰਗਲੀ ਜੜੀ ਬੂਟੀ ਵੀ ਦਿਖ ਪਈ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ? ਪਰਮੇਸ਼ਰ ਦੇ ਪੁੱਤਰ ਨੇ ਇੱਕ ਦ੍ਰਿਸ਼ਟਾਂਤ ਦਿੱਤਾ। ਕਹਿੰਦਾ ਇੱਕ ਇਨਸਾਨ ਸੀ ਜਿਹਨੇ ਆਪਣੇ ਖੇਤ ਦੇ ਵਿੱਚ ਚੰਗਾ ਬੀਜ ਬੀਜਿਆ ਅਤੇ ਜਦੋਂ ਉਹ ਬੀਜ ਬੀਜ ਕੇ ਸੌਂ ਗਿਆ ਤਾਂ ਵੈਰੀ ਆਇਆ ਅਤੇ ਉਹਨੇ ਕਣਕ ਦੇ ਵਿੱਚ ਜੰਗਲੀ ਜੜੀ ਬੂਟੀ ਬੀਜ ਦਿੱਤੀ। ਅਤੇ ਜਦੋਂ ਬੂਰ ਪਿਆ, ਕਹਿੰਦਾ ਜਦੋਂ ਉਹਨੂੰ ਫਲ ਲੱਗਣਾ ਸ਼ੁਰੂ ਹੋਇਆ ਤਾਂ ਜੰਗਲੀ ਜੜੀ ਬੂਟੀ ਦੇ ਵੀ ਸਿੱਟੇ ਨਿਕਲ ਆਏ ਅਤੇ ਉਹ ਦਿਖ ਪਈ। ਹੁਣ ਇਸ ਵਚਨ ਦੇ ਵਿੱਚੋਂ ਅਸੀਂ ਕੀ ਸਮਝਾਂਗੇ? ਅਸੀਂ ਜਾਣਦੇ ਹਾਂ ਕਿ ਯਿਸੂ ਮਸੀਹ ਨੇ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਦੇ ਦੁਆਰਾ ਸਾਨੂੰ ਸਮਝਾਈਆਂ, ਪਰ ਜੋ ਵੀ ਦ੍ਰਿਸ਼ਟਾਂਤ ਸੀ ਉਹ ਸੰਸਾਰਿਕ ਸੀਗਾ, ਪਰ ਉਹਦਾ ਮਤਲਬ ਜੋ ਨਿਕਲਦਾ ਸੀ ਉਹ ਆਤਮਿਕ ਸੀ। ਹੁਣ ਇਹ ਸੰਸਾਰ ਦੇ ਤੌਰ 'ਤੇ ਉਹਨੇ ਦ੍ਰਿਸ਼ਟਾਂਤ ਦਿੱਤਾ, ਸੰਸਾਰ ਦੇ ਵਿੱਚ ਜੋ ਚੱਲ ਰਿਹਾ ਉਸ ਚੀਜ਼ ਨੂੰ ਸੌਖਿਆਂ ਕਰਕੇ ਸਾਨੂੰ ਸਮਝਾਉਣ ਦੇ ਲਈ ਉਹਨੇ ਸੰਸਾਰਿਕ ਚੀਜ਼ਾਂ ਦੀ ਐਗਜ਼ਾਮਪਲ ਲਈ, ਪਰ ਇਹਦਾ ਐਕਚੁਅਲ ਮੀਨਿੰਗ ਕੀ ਆ? ਵਚਨ ਕਹਿੰਦਾ ਸਵਰਗ ਦਾ ਰਾਜ
उस मनुख वर्गा आ, मतलब कि स्वर्ग के राज बारे गल हो रही है। अरे कहता एक इंसान जिन्हें अपने खेत दे विच चंगा बीज बीजिया, वो इंसान एक मनुख उन्हें जो कहा कि वो परमेश्वर आ जिन्हें अपनी जमीन दे विच धरती दे उत्ते अपनी धरती रूपी खेत दे विच चंगे लोकां नूं भेजिया। ਅਸੀਂ ਜਾਣਦੇ ਹਾਂ कि ਨੂਹ ਦੇ ਸਮੇਂ ਕੀ ਹੋਇਆ ਸੀ, ਸਾਰੇ ਪਾਪੀ ਮਾਰੇ ਗਏ ਸੀ, ਸਭ ਦੇ ਸਭ ਖਤਮ ਹੋ ਗਏ ਸੀ ਤੇ ਸਿਰਫ ਧਰਮੀ ਛੱਡੇ ਗਏ ਸੀ। ਔਰ ਧਰਮੀਆਂ ਦੇ ਪਰਿਵਾਰ ਦੇ ਵਿੱਚੋਂ ਪਰਮੇਸ਼ਰ ਨੂੰ ਇਹ ਸੀ ਕਿ ਜੋ ਨਿਕਲੇਗਾ ਉਹ ਵੀ ਧਰਮੀ ਹੀ ਹੋਵੇਗਾ। ਤਾਂ ਪਰਮੇਸ਼ਰ ਨੇ ਕੀ ਕੀਤਾ ਸੀ, ਸਿਰਫ ਉਸ ਸਮੇਂ ਧਰਮੀ ਪਰਿਵਾਰ ਨੂੰ ਬਚਾ ਲਿਆ ਸੀਗਾ ਤਾਂ ਕਿ ਜਿਹੜਾ ਪਾਪ ਆ ਉਹ ਹਮੇਸ਼ਾ ਲਈ ਖਤਮ ਹੋ ਜਾਵੇ ਤੇ ਧਰਮੀ ਪਰਿਵਾਰ ਦੇ ਵਿੱਚੋਂ ਧਰਮੀ ਹੀ ਨਿਕਲੇ। ਮਤਲਬ ਇੱਕ ਧਰਮੀ ਪਰਿਵਾਰ ਨੂੰ ਪਰਮੇਸ਼ਰ ਨੇ ਚੰਗੇ ਬੀਜ ਦੀ ਐਗਜ਼ਾਮਪਲ ਦੇ ਕੇ ਸਮਝਾਇਆ ਕਿ ਧਰਮੀ ਪਰਿਵਾਰ ਇੱਕ ਚੰਗਾ ਬੀਜ ਆ, ਜਿਹੜੇ ਪਰਿਵਾਰ ਨੂੰ ਪਰਮੇਸ਼ਰ ਨੇ ਧਰਤੀ ਉੱਤੇ ਫੈਲਣ ਦੇ ਲਈ ਦਿੱਤਾ, ਉਹਨਾਂ ਨੂੰ ਬਰਕਤ ਦਿੱਤੀ ਕਿ ਉਹ ਧਰਤੀ ਉੱਤੇ ਫੈਲਣ ਅਤੇ ਚੰਗਾ ਫਲ ਲੈ ਕੇ, ਮਤਲਬ ਚੰਗੇ ਲੋਕਾਂ ਨੂੰ ਪੈਦਾ ਕਰਨ, ਉਹਨਾਂ ਨੂੰ ਜਿਹੜੇ ਪਰਮੇਸ਼ਰ ਦੇ ਭੈ ਦੇ ਵਿੱਚ ਚੱਲਣ ਅਤੇ ਪ੍ਰਭੂ ਦੀ ਮਹਿਮਾ ਕਰਨ। ਪਰ ਜਦੋਂ ਪਰਮੇਸ਼ਰ ਨੇ ਉਹਨਾਂ ਨੂੰ ਇਸ ਧਰਤੀ ਉੱਤੇ ਫੈਲਣ ਦੇ ਲਈ ਛੱਡ ਦਿੱਤਾ ਤਾਂ ਅਸੀਂ ਜਾਣਦੇ ਹਾਂ ਕਿ ਸ਼ੈਤਾਨ ਵੀ ਸ਼ਰਾਪਿਤ ਕਰਕੇ ਧਰਤੀ 'ਤੇ ਸੱਟਿਆ ਗਿਆ ਸੀ, ਕਿਉਂਕਿ ਉਹਨੇ ਵੀ ਹਵਾ ਨੂੰ ਭਰਮਾਇਆ ਸੀ। ਜੇ ਹਵਾ ਤੇ ਆਦਮ ਦੀ ਗਲਤੀ ਸੀ ਤਾਂ ਉਸ ਤੋਂ ਵੱਡੀ ਗਲਤੀ ਉਸ ਸ਼ੈਤਾਨ ਦੀ ਸੀ ਜਿਹਨੇ ਹਵਾ ਨੂੰ ਭਰਮਾਇਆ ਸੀ। ਤੇ ਜੇ ਹਵਾ ਔਰ ਆਦਮ ਧਰਤੀ 'ਤੇ ਸੱਟੇ ਗਏ ਸਨ ਤਾਂ ਉਹ ਸ਼ੈਤਾਨ ਵੀ ਸੱਟਿਆ ਗਿਆ ਸੀ। ਤਾਂ ਅਸੀਂ ਜਾਣਦੇ ਹਾਂ ਕਿ ਸ਼ੈਤਾਨ ਇੱਕ ਆਤਮਾ ਰੂਪੀ ਆਇਆ ਸੀ। ਸ਼ੈਤਾਨ ਦਾ ਜੋ ਆਕਾਰ ਸੀ, ਜੋ ਸ਼ੇਪ ਸੀ, ਉਹ ਇਨਸਾਨ ਵਰਗੀ ਨਹੀਂ ਸੀ, ਉਹ ਹਾਰਡ ਨਹੀਂ ਸੀਗਾ, ਉਹ ਇੱਕ ਇਨਵਿਜ਼ੀਬਲ ਥਿੰਗ ਸੀ, ਉਹ ਦਿਖ ਨਹੀਂ ਸੀ ਸਕਦੀ, ਉਹਦੇ ਕੋਲ ਸਰੀਰ ਨਹੀਂ ਸੀ। ਇਸ ਲਈ ਜਦੋਂ ਨੂਹ ਦੇ ਸਮੇਂ ਜਿਹੜੇ ਪਾਪੀ ਮਾਰੇ ਗਏ ਸਨ ਉਸ ਸਮੇਂ ਸਰੀਰ ਖਤਮ ਹੋ ਗਏ ਸੀ, ਪਰ ਸ਼ੈਤਾਨ ਸਰੀਰ ਰੂਪ ਦੇ ਵਿੱਚ ਥੱਲੇ ਨਹੀਂ ਸੀ ਆਇਆ, ਇਸ ਕਰਕੇ ਉਹ ਬਚ ਗਿਆ ਸੀਗਾ। ਉਹ ਕਿਤੇ ਨਾ ਕਿਤੇ ਲੁਕ ਗਿਆ ਸੀ, ਉਸ ਧਰਤੀ ਤੋਂ ਬਚ ਗਿਆ, ਉਹ ਖਤਮ ਨਹੀਂ ਹੋਇਆ। ਇਨਸਾਨ ਨੂੰ ਪਰਮੇਸ਼ਰ ਨੇ ਪਾਪੀਆਂ ਇਨਸਾਨਾਂ ਨੂੰ ਤਾਂ ਖਤਮ ਕਰ ਦਿੱਤਾ, ਪਰ ਜਿਹੜਾ ਪਾਪ ਫੈਲਾ ਰਿਹਾ ਸੀ ਮੇਨ, ਉਹ ਕਿਤੇ ਨਾ ਕਿਸੇ ਪਾਸੇ ਰਹਿ ਗਿਆ ਅਤੇ ਉਹ ਆਇਆ ਧਰਮੀਆਂ ਦੇ ਵਿੱਚ ਫਿਰ ਤੋਂ ਪਾਪ ਪੈਦਾ ਕਰਨ ਦੇ ਲਈ। ਉਹ ਆਇਆ ਜਦੋਂ ਪਰਮੇਸ਼ਰ ਨੇ ਧਰਮੀਆਂ ਨੂੰ ਫੈਲਣ ਦੇ ਲਈ ਇਕੱਲਾ ਛੱਡ ਦਿੱਤਾ ਕਿ ਤੁਸੀਂ ਫੈਲੋ ਅਤੇ ਸਾਰੀ ਧਰਤੀ ਨੂੰ ਭਰ ਦਿਓ। ਉਸ ਵੇਲੇ ਉਹ ਸ਼ੈਤਾਨ ਆਇਆ ਅਤੇ ਉਹਨੇ ਲੋਕਾਂ ਦੇ ਮਨਾਂ ਦੇ ਵਿੱਚ ਖਾਰ ਪਾਉਣੀ ਸ਼ੁਰੂ ਕਰ ਦਿੱਤੀ, ਲੋਕਾਂ ਦੇ ਮਨਾਂ ਦੇ ਵਿੱਚ ਪਾਪ ਪਾਉਣਾ ਸ਼ੁਰੂ ਕਰ ਦਿੱਤਾ। ਅਤੇ ਕਹਿੰਦਾ ਜਦੋਂ ਉਹਨਾਂ ਦੀਆਂ ਉਹ ਬੁਰਾਈਆਂ ਨਿਕਲ ਕੇ ਆਈਆਂ ਬਾਹਰ, ਜਦੋਂ ਧਰਮੀਆਂ ਦਾ ਧਰਮ ਨਿਕਲ ਕੇ ਆਇਆ ਤੇ ਵਿੱਚ ਬੁਰਿਆਂ ਦੀਆਂ ਬੁਰਾਈਆਂ ਵੀ ਨਿਕਲ ਕੇ ਆਈਆਂ ਤਾਂ ਪਰਮੇਸ਼ਰ ਨੂੰ ਪਤਾ ਲੱਗ ਗਿਆ। ਪਰ ਜੇ ਪਰਮੇਸ਼ਰ ਨੂੰ ਪਤਾ ਲੱਗ ਗਿਆ ਤਾਂ ਫਿਰ ਕਿਉਂ ਪਰਮੇਸ਼ਰ ਨੇ ਉਹਨਾਂ ਨੂੰ ਨਾਸ਼ ਨਹੀਂ ਕੀਤਾ? ਪਰਮੇਸ਼ਰ ਨੂੰ ਚਾਹੀਦਾ ਸੀ ਕਿ ਜਦੋਂ ਹੀ ਉਹਨੂੰ ਪਤਾ ਲੱਗ ਗਿਆ ਉਹਨਾਂ ਨੂੰ ਉਹ ਨਾਸ਼ ਕਰ ਦਿੰਦਾ, ਪਰ ਉਹਨਾਂ ਨੇ ਕਿਉਂ ਨਹੀਂ ਕੀਤਾ? ਸਾਡੀ ਇਹ ਸੋਚ ਹੈ ਕਿ ਇਨਸਾਨ ਇਹ ਸੋਚੇਗਾ ਕਿ ਮੈਨੂੰ ਪਤਾ ਲੱਗ ਗਿਆ ਕਿ ਇਹ ਬੁਰਾ ਯਾਰ, ਬੁਰੇ ਨੂੰ ਇਸੇ ਵੇਲੇ ਖਤਮ ਕਰ ਦਈਏ। ਪਰ ਪਰਮੇਸ਼ਰ ਨੇ ਉਹਨਾਂ ਨੂੰ ਕਿਉਂ ਖਤਮ ਨਹੀਂ ਕੀਤਾ, ਉਹ ਜਾਣਨ ਦੇ ਲਈ ਨੈਕਸਟ ਵਚਨ 'ਚੋਂ ਅਸੀਂ ਦੇਖਾਂਗੇ ਮਤੀ 13 ਉਹਦੀ 27 ਔਰ 28 ਨੰਬਰ ਆਇਤ ਨੂੰ। ਤਾਂ ਫਿਰ ਨੌਕਰਾਂ ਨੇ ਆ ਕੇ ਮਾਲਕ ਨੂੰ ਆਖਿਆ, ਭਲਾ ਸੁਆਮੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ, ਫਿਰ ਜੰਗਲੀ ਜੜੀ ਬੂਟੀ ਕਿੱਥੋਂ ਆਈ? ਤਾਂ ਉਸ ਨੇ ਉਹਨਾਂ ਨੂੰ ਆਖਿਆ ਕਿ ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਨੌਕਰਾਂ ਨੇ ਉਹਨੂੰ ਆਖਿਆ, ਜੇ ਤੁਹਾਡੀ ਮਰਜ਼ੀ ਹੋਵੇ ਤਾਂ ਅਸੀਂ ਉਹਨੂੰ ਜਾ ਕੇ ਪੁੱਟ ਦਈਏ। ਵਚਨ ਸਾਨੂੰ ਕੀ ਦੱਸਦਾ ਕਿ ਜਦੋਂ ਪਰਮੇਸ਼ਰ ਨੂੰ ਇਹ ਚੀਜ਼ ਦਾ ਪਤਾ ਲੱਗਾ ਕਿ ਜਿਹੜੀ ਜੰਗਲੀ ਜਿਹੜੀ ਬੂਟੀ ਆ ਉਹ ਮੇਰੀ ਖੇਤੀ ਦੇ ਵਿੱਚ ਬੀਜੀ ਗਈ ਆ, ਮਤਲਬ ਧਰਮੀਆਂ ਦੇ ਵਿੱਚ ਫਿਰ ਤੋਂ ਪਾਪ ਵਧਣਾ ਸ਼ੁਰੂ ਹੋ ਗਿਆ। ਜਿਹੜੇ ਪਾਪੀਆਂ ਨੂੰ ਮੈਂ ਨਾਸ਼ ਕਰ ਦਿੱਤਾ ਸੀ ਉਹ ਪਾਪ ਦੇ ਕਰਕੇ, ਕਿਉਂਕਿ ਉਹ ਪਾਪੀ ਸਨ, ਤਾਂ ਉਹੀ ਪਾਪ ਅੱਜ ਮੇਰੇ ਧਰਮੀਆਂ ਦੇ ਵਿੱਚ ਫਿਰ ਤੋਂ ਆ ਗਿਆ। ਔਰ ਜਦੋਂ ਇਹ ਗੱਲ ਦੂਤਾਂ ਦੇ ਦੁਆਰਾ, ਜਦੋਂ ਦੂਤ ਧਰਤੀ ਤੇ ਆਏ, ਉਹਨਾਂ ਨੇ ਪਾਪਾਂ ਨੂੰ ਵੇਖਿਆ ਕਿ ਉਸੇ ਤਰ੍ਹਾਂ ਦੇ ਪਾਪ ਫਿਰ ਹੋਣ ਲੱਗ ਗਏ ਆ, ਤਾਂ ਉਹ ਪਰਮੇਸ਼ਰ ਕੋਲੇ ਗਏ ਔਰ ਕਿਹਾ ਕਿ ਉਹ ਫਿਰ ਤੋਂ ਪਾਪੀ ਹੋ ਗਏ ਨੇ, ਫਿਰ ਤੋਂ ਪਾਪੀ ਲੋਕ ਤੇਰੇ ਧਰਮੀਆਂ ਦੇ ਵਿੱਚ ਵੱਧ ਗਏ ਆ। ਜਦੋਂ ਤੂੰ ਪਹਿਲਾਂ ਪਾਪੀਆਂ ਨੂੰ ਖਤਮ ਕਰ ਦਿੱਤਾ ਸੀ ਤਾਂ ਹੁਣ ਤੂੰ ਸਾਨੂੰ ਹੁਕਮ ਦੇ ਕਿ ਅਸੀਂ ਫਿਰ ਤੋਂ ਧਰਮੀਆਂ ਦੇ ਵਿੱਚੋਂ ਪਾਪੀਆਂ ਨੂੰ ਨਾਸ਼ ਕਰ ਦਈਏ। ਕਹਿੰਦਾ ਪੁੱਟ ਸੁੱਟੀਏ। ਉਹਨਾਂ ਨੇ ਕਿਹਾ ਕਿ ਅਸੀਂ ਜਾ ਕੇ ਉਹਨੂੰ ਪੁੱਟ ਸੁੱਟੀਏ, ਤੁਸੀਂ ਸਾਨੂੰ ਦੱਸੋ। ਕਹਿੰਦਾ ਜੇ ਤੁਹਾਡੀ ਮਰਜ਼ੀ ਹੋਵੇ ਤਾਂ ਦੱਸੋ ਸਾਨੂੰ। ਤਾਂ ਪਰਮੇਸ਼ਰ ਦੀ ਕੀ ਮਰਜ਼ੀ ਸੀ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜਾਂਗੇ ਮਤੀ 13 ਉਹਦੀ 29 ਔਰ 30 ਨੰਬਰ ਆਇਤ ਨੂੰ। ਪਰ ਉਹਨੇ ਕਿਹਾ, ਨਾ ਕਿਤੇ ਇਸ ਤਰ੍ਹਾਂ ਹੋਵੇ ਕਿ ਤੁਸੀਂ ਜੰਗਲੀ ਬੂਟੀ ਨੂੰ ਪੱਟ ਦਿਆਂ, ਕਣਕ ਨੂੰ ਵੀ ਨਾਲ ਹੀ ਪੁੱਟ ਲਓ, ਵਾਢੀ ਤੱਕ ਦੋਹਾਂ ਨੂੰ ਇਕੱਠੇ ਵਧਣ ਦਿਓ। ਅਤੇ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹਦੀਆਂ ਪੂਲੀਆਂ ਬੰਨ੍ਹ ਲਵੋ, ਪਰ ਕਣਕ ਨੂੰ ਮੇਰੇ ਗੋਦਾਮ ਦੇ ਵਿੱਚ ਜਮ੍ਹਾਂ ਕਰੋ। ਹਾਲੇਲੂਇਆ।
परमेश्वर का वचन सानू की दसदा ये सारे दृष्टांत का निचोड़ आ। पूरी एग्जाम्पल जो दी गई, उदाहरण दी गई, वह फाइनल अर्क निकलिया आ। और असीं पहला ही कहा कि आखिर परमेश्वर शैतान नूं क्यों नहीं रोकदा, तो उस सवाल का जवाब इस वचन दे विचों आ। जिन्होंने सुनिया बहुतियां नूं समझ आ गई होएगी, पर फिर भी आप इस चीज़ नूं एक्सप्लेन करांगे। वचन कहता किते अजिहा ना होवे, प्रभु दे दूत जदों आए उन्होंने कहा कि तेरे लोकां दे विच बुरे लोग भी वध गए आ। जदों पहलां आपां बुरियां नूं मारिया सी तां सानूं तू हुक्म दे, तेरी मर्जी होवे तां असीं हुण भी बुरियां नूं खत्म कर दईए, तां जिहड़े धर्मी आ वो वधदे चले जाण। तां परमेश्वर ने की किया, कहंदा किते अजिहा ना होवे कि तुसी पापियां नूं नाश करन जाओ अते तुहाडे विचों किसे तो अजिहा हो जावे कि ये जिहड़े आ धर्मी विचों कोई एक अद्धा धर्मी भी नाश हो जाए, क्योंकि परमेश्वर बहुत वफादार आ। असीं जानदे कि लूत दे समय की होया सी कि लूत दे पिंड विच कोई भी धर्मी नहीं सी लूत दे परिवार तो बिना, पर परमेश्वर ने वफादारी दे नाल उहदे परिवार नूं घर दे विचों बाहर कढिया अते फिर उहनां दे पिंड नूं नाश कीता। उस तरह परमेश्वर नूं इस गल का डर आ कि किते अजिहा ना होवे कि मैं पापियां नूं नाश करदा किसी धर्मी का नाश कर बवां, किते धर्मी अनाई मौत मार जे, किते धर्मी उस काम की सज़ा पा लवे जिहड़े काम उन्हें कीते ही ना होण। इस करके पापियां नूं अते धर्मियां नूं दोहां नूं इकट्ठे वधन दो। हालेलुया। इहदे विचों दो गल्लां होर निकलदियां आ। वो असीं देखांगे कि अगर परमेश्वर पापियां नूं खत्म करी गया तां परमेश्वर ये गल किद्दां कहेगा कि मैं धर्मियां दे लई नहीं पर पापियां दे लई आया आ। इस दृष्टांत दे विचों दो मतलब होर निकलदे आ। वो दो मतलब विचों एक ये आ कि परमेश्वर कहता कि सी मैं धर्मियां दे लई नहीं पर मैं पापियां दे लई आया। कहता पहला सी कि मेरे समय नूह दे समय तो पहला जदों लोकां ने पाप कीते सी तां मैं उन्हां नूं नाश कर दिता सी, पर नवां नेम कहता कि असीं पापी नाल नहीं लड़ना, असीं पाप नाल लड़ना आ, असीं पापी नूं नहीं मारना, असीं पाप नूं मारना आ। और परमेश्वर कहता अंत दे दिनां तक तुहाडे कोले मौका कि तुसीं पाप नूं छड्डो अते धर्म नूं ग्रहण कर लो अते अपने परमेश्वर अगे झुक जाओ, ਉਹਦੇ हत्थ थल्ले अपने आप नूं नीवियां करो। तो यह है कि परमेश्वर ने वो पापियों नूं हजे भी मौका दे रहे आ कि हजे भी मौका आ, तुसीं सुधर जाओ। उस पापियां दे लई मौका आ। जद तक अंत दा समा नहीं आउंदा उन्ने समय दे विच उन्हां कोले मौका कि वो सुधर जाण। और दूसरा मतलब वह यह है कि जे धर्मी धर्मियां दे विच ही रहन तां उन्हां दी की परीक्षा। वो धर्मी अगर एक चंगा इंसान चंगियां दे विच ही रवे तां उहदे चंगे होण विच खास की आ, क्योंकि उहनूं चंगा माहौल मिलिया वो चंगा ही आ। जिहड़ा इंसान बुरियां दे विच रह के भी पापियां दे विच रह के भी चंगा बने उहदे लई एक बहुत वड्डी अचीवमेंट आ। हालेलुया। कि असीं इस चीज़ नूं रियलाइज़ कर सकते हैं कि अगर असीं बुरियां दे विच रवांगे साडे लई एक परीक्षा आ। अगर एक मतलब स्कूल दे आपां एग्जाम्पल ऑलमोस्ट लैंदे आ कि अगर एक क्लास दे विच सानू ਉਹੀ सवाल दिते जाण ਜਿਹੜੇ सानू आउंदे आ ਤਾਂ फिर उस परीक्षा ਨੂੰ पास ਕਰਨ ਦੇ ਵਿੱਚ ਅਸੀਂ ਕਿੱਡੀ ਕੁ ਵੱਡੀ महारत हासिल ਕੀਤੀ। ਜਦੋਂ ਔਖੇ ਸਵਾਲ ਸਾਡੇ ਮੂਹਰੇ ਪਾਏ ਜਾਂਦੇ ਆ, ਔਖੀਆਂ ਪਹੇਲੀਆਂ ਪਾਈਆਂ ਜਾਂਦੀਆਂ ਜਿਹਦੇ ਤੇ ਅਸੀਂ ਆਪਣੇ ਦਿਮਾਗ ਨੂੰ ਪ੍ਰੈਸ਼ਰਾਈਜ਼ ਕਰੀਏ, ਸਾਡੇ ਦਿਮਾਗ ਤੇ ਪ੍ਰੈਸ਼ਰ ਪਵੇ, ਜਦੋਂ ਅਸੀਂ ਦਿਮਾਗ ਨੂੰ ਯੂਜ਼ ਕਰਦੇ ਆ ਦਿਮਾਗ ਘਟਦਾ ਨਹੀਂ ਵੱਧਦਾ ਆ। ਉਸੇ ਤਰ੍ਹਾਂ ਇੱਕ ਧਰਮੀ ਜੇ ਸਿਰਫ ਧਰਮੀਆਂ ਦੀ ਸੰਗਤੀ ਹੀ ਕਰਦਾ, ਚੰਗਿਆਂ ਲੋਕਾਂ ਵਿੱਚ ਉੱਠਦਾ ਬੈਠਦਾ ਤਾਂ ਉਹਦੀ ਧਾਰਮਿਕਤਾ ਦੇ ਵਿੱਚ ਅਗਰ ਉਹ ਬਣਿਆ ਰਹਿੰਦਾ ਤਾਂ ਉਹਦੇ ਲਈ ਕੋਈ ਬਹੁਤ ਵੱਡੀ ਗੱਲ ਨਹੀਂ ਸੀ ਹੋਣੀ, ਕਿਉਂਕਿ ਉਹਨੂੰ ਚੰਗਾ ਸੁਣਨ ਨੂੰ ਮਿਲਿਆ, ਚੰਗਾ ਹੀ ਗ੍ਰਹਿਣ ਕਰਨ ਨੂੰ ਮਿਲਿਆ, ਚੰਗਾ ਸਿਖਾਇਆ ਗਿਆ, ਚੰਗਿਆਂ 'ਚ ਉੱਠਿਆ ਬੈਠਾ ਤੇ ਉਹ ਚੰਗਾ ਹੋ ਗਿਆ। ਇਹਦੇ 'ਚ ਕੋਈ ਖਾਸ ਗੱਲ ਨਹੀਂ ਆ। ਪਰ ਇੱਕ ਬੰਦਾ ਜਿਹੜਾ ਪਾਪੀਆਂ ਦੇ ਵਿੱਚ ਉੱਠਦਾ ਬੈਠਦਾ, ਪਾਪੀਆਂ ਨੂੰ ਵੇਖਦਾ ਆ, ਪਾਪੀ ਸੰਸਾਰ ਦੇ ਵਿੱਚ ਜੋ ਚੱਲ ਰਿਹਾ ਹਰ ਇੱਕ ਚੀਜ਼ ਨੂੰ ਮਹਿਸੂਸ ਕਰ ਰਿਹਾ, ਕਿਤੇ ਨਾ ਕਿਤੇ ਧੋਖਾ ਖਾਂਦਾ, ਕਿਤੇ ਠੋਕਰ ਖਾਂਦਾ, ਡਿੱਗਦਾ ਠੋਕਰ ਖਾਂਦਾ, ਧੋਖੇ ਖਾਂਦਾ ਇਨਸਾਨ ਜਦੋਂ ਧਾਰਮਿਕਤਾ ਦੇ ਵਿੱਚ ਵਫਾਦਾਰੀ ਨਾਲ ਚੱਲਦਾ, ਉਹਦੇ ਲਈ ਬਹੁਤ ਵੱਡੀ ਅਚੀਵਮੈਂਟ ਆ ਕਿ ਉਹਨੇ ਗੰਦਗੀ ਨੂੰ ਵੇਖ ਕੇ ਸਾਈਡ ਕਰ ਲਈ ਪਰ ਗੰਦਗੀ ਦੇ ਵਿੱਚ ਨਹੀਂ ਵੜਿਆ। ਹਾਲੇਲੂਇਆ। ਤਾਂ ਅੱਜ ਦੇ ਵਚਨ ਦੇ ਵਿੱਚੋਂ 3 मतलब ਨਿਕਲੇ ਸਾਡੇ ਕਿ ਪਰਮੇਸ਼ਰ ਫਸਟ ਤਾਂ ਇਹ ਚਾਹੁੰਦਾ ਸੀ ਕਿ ਕਿਤੇ ਅਜਿਹਾ ਨਾ ਹੋਵੇ ਕਿ ਪਾਪੀਆਂ ਨੂੰ ਨਾਸ਼ ਕਰਦੇ ਕਰਦੇ ਅਸੀਂ ਧਰਮੀਆਂ ਨੂੰ ਵੀ ਨਾਸ਼ ਕਰ ਦਈਏ।
और दूसरा ये सी कि ਜਿਹੜੇ ਪਾਪੀ ਨੇ ਪਰਮੇਸ਼ਰ ਕਹਿੰਦਾ ਕਿ ਮੈਂ ਪਾਪੀਆਂ ਲਈ ਆਇਆ, ਇਸ ਲਈ ਨਹੀਂ ਕਿ ਉਹਨਾਂ ਨੂੰ ਮਾਰਨਾ, ਉਹਨਾਂ ਨੂੰ ਸਜ਼ਾ ਦੇਣੀ, ਇਸ ਲਈ ਕਿ ਉਹਨਾਂ ਨੂੰ ਮਾਫ ਕਰਨਾ, ਉਹਨਾਂ ਨੂੰ ਸੁਧਾਰਨਾ, ਸੰਭਾਲਣਾ ਤੇ ਪ੍ਰਭੂ ਦੇ ਰਾਜ ਦੇ ਵਿੱਚ ਦਾਖਲ ਕਰਨਾ, ਉਹਨਾਂ ਨੂੰ ਮੌਕਾ ਦੇਣਾ ਕਿ ਤੌਬਾ ਕਰੋ ਅਤੇ ਪਰਮੇਸ਼ਰ ਦੇ ਰਾਜ ਵਿੱਚ ਵੜੋ। ਔਰ ਤੀਸਰਾ ਔਰ ਆਖਰੀ ਕਿ ਇੱਕ ਧਰਮੀ ਦੇ ਲਈ ਪ੍ਰੀਖਿਆਵਾਂ ਪੈਦਾ ਕਰਨ ਦੇ ਲਈ ਪਾਪੀ ਲੋਕ ਨੇ ਕਿ ਉਹ ਬੁਰਿਆਂ ਦੇ ਵਿੱਚ ਰਹਿ ਕੇ ਵੀ ਆਪਣੇ ਚੰਗਿਆਈ ਦੇ ਰਾਹ ਨੂੰ ਨਾ ਛੱਡੇ ਔਰ ਚੰਗਿਆਈ ਦੇ ਵਿੱਚ ਵਾਧਾ ਹੋਇਆ ਆਪਣੀ ਪ੍ਰੀਖਿਆ ਨੂੰ ਪਾਰ ਕਰ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਸੱਚਮੁੱਚ ਧਰਮੀ ਮਹਿਸੂਸ ਹੋਵੇ। ਹਾਲੇਲੂਇਆ। ਤਾਂ ਅੱਜ ਅਸੀਂ ਸਭ ਨੇ ਜਾਣ ਹੀ ਲਿਆ ਕਿ ਇਸ ਕਰਕੇ ਪਰਮੇਸ਼ਰ ਸ਼ੈਤਾਨ ਨੂੰ ਨਹੀਂ ਰੋਕਦਾ, ਕਿਹਦੇ ਕਰਕੇ? ਸਾਡੇ ਕਰਕੇ, ਤਾਂ ਜੋ ਅਸੀਂ ਮਜ਼ਬੂਤੀ ਫੜੀਏ, ਵਫਾਦਾਰੀ ਦੇ ਵਿੱਚ ਵਾਧੇ ਚੱਲੀਏ ਔਰ ਪਰਮੇਸ਼ਰ ਦੇ ਰਾਜ ਦੇ ਵਿੱਚ ਮਿਹਨਤ ਕਰਕੇ ਪਹੁੰਚੀਏ। ਲਾਪਰਵਾਹੀ ਦੇ ਨਾਲ ਨਹੀਂ, ਇਹ ਆਸਾਨੀ ਦੇ ਨਾਲ ਨਾ ਪ੍ਰਾਪਤ ਹੋਵੇ, ਸਟਰਗਲ ਕਰਦੇ ਹੋਏ ਉਸ ਜੀਵਨ ਨੂੰ ਪ੍ਰਾਪਤ ਕਰੀਏ ਜਿੱਦਾਂ ਮਸੀਹ ਨੇ ਸਟਰਗਲ ਕੀਤੇ ਔਰ ਉਹਨੇ ਉਸ ਜੀਵਨ ਨੂੰ ਪ੍ਰਾਪਤ ਕੀਤਾ। ਹਾਲੇਲੂਇਆ। ਤਾਂ ਉਸ ਦਿਨਾਂ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। हालेलुया 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 हालेलुया। तारीफ 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 कर दे खुदावंद खुदा। हालेलुया 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 हालेलुया। धन्यवाद 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 कर दे महान पिता परमेश्वर, शुक्र कर दे खुदावंद खुदा अज इस दिन दे महान पिता परमेश्वर। दया करो दया करो दया करो दया करो दया करो खुदावंद खुदा। हालेलुया 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 हालेलुया। पवित्र आत्मा जी उतर आओ, पवित्र आत्मा जी उतर आओ, पवित्र आत्मा जी इस समय इस जगह ते मौजूद हो। पवित्र आत्मा जो भी भैन भाई अज दिन वचनों को सुन रहे हैं खुदावंद, अज हर एक नूं शो खुदावंद अपने लहू के द्वारा ब्लैस करो, अपने सज्जे और फतेहमंद हाथ दे नाल फ्री करो, शुद्ध करो, आजाद करो। हालेलुया 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 हालेलुया। महान पिता परमेश्वर तुहाडा दिल तो धन्यवाद करदे खुदावंद खुदा अज दी सवेर दे लई, अज दे इन्हां अनमोल साहां दे लई परमेश्वर पिता, और खास करके अज दे दिन दे खास और अनमोल वचनां दे लई परमेश्वर पिता, जो अज दे खास अते अनमोल वचन तुसीं साडी जिंदगी दे विच लैके आए हो प्रभु जी। तुसीं वचन दे विच क्या पिता परमेश्वर कि ना डर ते ना घबरा, मैं यहोवा तेरा परमेश्वर तेरे अंग संग है। खुदावंद असी बहुत सारे गलतियां गुनाह पाप अपराध कर लेने परमेश्वर पिता, पर तुसी वफादार धर्मी ते माफ़ करने वाले परमेश्वर हो खुदावंद। तुसी सानू हर गलती गुनाह तो माफ़ कर दिओ पिता परमेश्वर। असी अपनी परीक्षा के समय दे विच डोल जाने और तुहाडे खिलाफ बोलना शुरू करते हैं प्रभु जी, पर तुसी अपने वचनां दे द्वारा सानू हिम्मत दिंदे हो पिता परमेश्वर, सानू बल ताकत दिंदे हो खुदावंद। तुसी वचन च कहने कि ना डरो ते ना घबराओ, मैं तुहाडे नाल आ, मैं तुहाडे अंग संग है पिता। तुसी कदे भी ये नहीं कह कि मैं सुख दे समय च तेरे नाल आ, पर तुसी कह कि मैं हर पल हर घड़ी ते हर समय तेरे नाल आ। इहदा मतलब तुसी दुख दे समय च भी साडा साथ दिंदे हो प्रभु जी, पर असी पापी ते गुनहगार तुहाडे खिलाफ बोल जाने पिता परमेश्वर। असी अपने आप नूं तुहाडे हत्थां दे विच नीवियां करदे हां पिता परमेश्वर। अज ही सानू धो के शुद्ध करो खुदावंद, सारे बदी दे बंधनां तो फ्री करो, साडे मन दे बुरे विचारां तो आज़ाद करो पिता परमेश्वर। किन्ने ही वार असी अपनी परीक्षावां दे विच इह गल बोली कि परमेश्वर ने शैतान नूं इंसान नूं तंग करन दे लई भेज दिता, पर तुसी शैतान नूं अज तक क्यों नहीं रोकिया खुदावंद। हर एक भैन भाई दे मन दे अज इस सवाल नूं तुसी सॉल्व कीता, या हर एक दे सवाल दा तुसी उत्तर दिता पिता परमेश्वर। हर एक नूं तुसी अज आंसर कीता या कि मैं क्यों शैतान नूं नहीं रोकदा। सचमुच खुदावंद तुहाडे धर्मियां दे विच, तुहाडे चंगे लोकां दे विच बुरे लोक बीजे गए ने, जो रात दे समय शैतान विरोधी ने साडीआं परीक्षावां वधाउण दे लई, सानू परेशान करन दे लई बीजे ने, तां जो ਉਹ ਸਾਡੇ ਜ਼ਿੰਦਗੀ ਦੇ ਵਿੱਚ ਸਾਡੀਆਂ ਜੜ੍ਹਾਂ ਨੂੰ ਖੋਖਲਾ ਕਰਨ, ਸਾਡੇ ਵਿੱਚ ਆਪਣੀਆਂ ਜੜ੍ਹਾਂ ਨੂੰ ਮਿਲਾ ਕੇ ਸਾਨੂੰ ਥੱਲੋਂ ਹਿਲਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ ਪਰਮੇਸ਼ਰ ਪਤਾ ਸਾਡੇ ਵਿਸ਼ਵਾਸ ਦੀਆਂ ਜੜ੍ਹਾਂ ਅਜਿਹੀਆਂ ਮਜ਼ਬੂਤ ਹੋਣ ਖੁਦਾਵੰਦ ਕਿ ਭਾਵੇਂ ਪਾਪੀ ਸਾਡੇ ਚਾਰੋਂ ਔਰ ਹੋਣ, ਪਰ ਅਸੀਂ ਫਿਰ ਵੀ ਤੁਹਾਡੀ ਧਾਰਮਿਕਤਾ ਦੇ ਵਿੱਚ ਵਧਦੇ ਜਾਈਏ। ਅਸੀਂ ਪਾਪੀਆਂ ਤੋਂ ਨਾ ਡਰੀਏ ਤੇ ਨਾ ਘਬਰਾਈਏ, ਅਸੀਂ ਦਇਆ ਦੇ ਵਿੱਚ ਵਧਦੇ ਜਾਈਏ, ਸਦਾ ਮਸੀਹ ਦੇ ਵਿੱਚ ਮਿਹਨਤ ਕਰਦੇ ਰਹੇ ਖੁਦਾਵੰਦ, ਵਫਾਦਾਰੀ ਦੇ ਨਾਲ ਵਾਢੀ ਦੇ ਸਮੇਂ ਤੱਕ ਉਹਨਾਂ ਦੁਸ਼ਟਾਂ ਦੇ ਵਿੱਚ ਰਹਿੰਦੇ ਹੋਏ ਵੀ ਪਰਮੇਸ਼ਰ ਪਿਤਾ ਤੁਹਾਡੇ ਨਾਲ ਵਫਾਦਾਰੀ ਦੇ ਨਾਲ ਚੱਲੀਏ। ਤੁਹਾਡਾ ਸਦਾ ਦਾ ਆਤਮਾ ਸਾਨੂੰ ਬਲੈਸ, ਸ਼ੁੱਧ, ਆਜ਼ਾਦ, ਪਵਿੱਤਰ ਕਰੇ ਪਿਤਾ ਪਰਮੇਸ਼ਰ। ਤੁਹਾਡੀ ਦਇਆ, ਕਿਰਪਾ, ਆਸ਼ੀਸ਼, ਬਰਕਤ, ਬਹੁਤਾਇਤ ਦੇ ਨਾਲ ਸਾਡੀਆਂ ਜ਼ਿੰਦਗੀਆਂ 'ਚ ਉਤਰ ਆਵੇ ਖੁਦਾਵੰਦਾ। ਤੁਹਾਡੇ ਰੂਹ ਦੇ ਪਹਿਰੇਦਾਰ ਸਾਡੀ ਰਕਸ਼ਾ ਹਿਫਾਜ਼ਤ ਕਰਨ ਪਿਤਾ ਪਰਮੇਸ਼ਰ। ਸੱਚਮੁੱਚ ਖੁਦਾਵੰਦ ਤੁਸੀਂ ਵਚਨ ਦੇ ਵਿੱਚ ਕਿਹਾ ਆ कि जदों अंत का समा आवेगा उदों तुसी जंगली जड़ी बूटियां नूं इकट्ठा करोगे और फूकण दे लई दोगे खुदावंद। सचमुच ये जो बुरे ते पापी लोग ने, अगर ये तौबा ना करनगे तां सचमुच तुसी इन्हां नूं फूकण दे लई दवोगे। ये शैतान विरोधी जो साडीआं जिंदगियां दे विच हर रोज़ नवीआं परीक्षावां, नवीं ठोकर दा कारण बनदा आ, उस विरोधी नूं तुसी नाश करोगे, भस्म करोगे पिता। तुसी साडीआं जिंदगियां दे विच उस विरोधी नूं हमेशा दे लई कैंसल करोगे खुदावंद। सचमुच वो फूकण दे लई अते साड़न दे लई और सदा
ਦੀ ਅੱਗ ਦੇ ਲਈ ਦਿੱਤੇ ਜਾਣਗੇ, ਪਰ ਅਸੀਂ ਇੱਕ ਚੰਗੇ ਫਲ ਦੇ ਰੂਪ ਦੇ ਵਿੱਚ ਤੁਹਾਡੇ ਸਵਰਗ ਦੇ ਵਿੱਚ ਜਮ੍ਹਾਂ ਕੀਤੇ ਜਾਵਾਂਗੇ। ਖੁਦਾਵੰਦ ਮਦਦ ਸਹਾਇਤਾ ਕਰੋ ਕਿ ਅਸੀਂ ਇੱਕ ਚੰਗੇ ਫਲ ਦੇ ਰੂਪ ਦੇ ਵਿੱਚ ਅੰਤ ਤੱਕ ਬਣੇ ਰਹੀਏ, ਚਾਹੇ ਕਿੰਨੀਆਂ ਵੀ ਪ੍ਰੀਖਿਆਵਾਂ ਪਰੇਸ਼ਾਨੀਆਂ ਸਾਡੀ ਜ਼ਿੰਦਗੀ 'ਚ ਕਿਉਂ ਨਾ ਆਉਣ। ਖੁਦਾਵੰਦ ਅਸੀਂ ਬਚਾ ਲਏ ਜਾਈਏ, ਬਖਸ਼ ਲਏ ਜਾਈਏ, ਸ਼ੁੱਧ ਪਵਿੱਤਰ ਕੀਤੇ ਜਾਈਏ। ਤੁਹਾਡੀ ਦਇਆ, ਕਿਰਪਾ, ਆਸ਼ੀਸ਼, ਬਰਕਤ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸਦਾ ਤੱਕ ਬਣੀ ਰਹੇ। ਖੁਦਾਵੰਦ ਐਜ਼ ਇਸ ਦਿਨ ਦੀ ਕਿਰਪਾ ਨੂੰ ਤੁਹਾਡੇ ਹੱਥਾਂ ਦੇ ਵਿੱਚ ਸੌਂਪਦੇ। ਖੁਦਾਵੰਦ ਦਿਨ ਭਰ ਦੀਆਂ ਨਿਆਮਤਾਂ ਦੇ ਲਈ, ਹਰ ਦਿਨ ਦੇ ਪਲ ਦੇ ਲਈ ਪਿਤਾ ਪਰਮੇਸ਼ਰ ਤੁਹਾਡੀ ਆਸ਼ੀਸ਼, ਬਰਕਤ, ਮਹਿਮਾ ਨੂੰ ਸਵਰਗ ਰਾਜ ਦੇ ਵਿੱਚੋਂ ਰਿਲੀਜ਼ ਕਰਦੇ ਹੋ। ਖੁਦਾਵੰਦ ਇਸ ਪ੍ਰਾਰਥਨਾ ਨੂੰ ਤੁਹਾਡੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।